ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਅਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ 'ਚ ਇੰਨੇ ਫਸ ਜਾਂਦੇ ਹਾਂ ਕਿ ਆਪਣੇ ਕੀਮਤੀ ਰਿਸ਼ਤਿਆਂ ਨੂੰ ਸਮਾਂ ਦੇਣਾ ਭੁੱਲ ਜਾਂਦੇ ਹਾਂ। ਜੇਕਰ ਸਾਨੂੰ ਆਪਣੀ ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਥੋੜਾ ਸਮਾਂ ਮਿਲਦਾ ਵੀ ਹੈ ਤੇ ਉਹ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਤੇ ਆਪਣੀ ਫੈਮਿਲੀ ਯਾਨੀ ਪਤਨੀ ਤੇ ਬੱਚਿਆਂ ਨਾਲ ਬਿਤਾਉਣਾ ਪਸੰਦ ਕਰਦੇ ਹਾਂ। ਤੇ ਇਸ ਚੱਕਰ 'ਚ ਅਸੀਂ ਆਪਣੇ ਮਾਂ-ਬਾਪ ਨੂੰ ਭੁੱਲ ਜਾਂਦੇ ਹਾਂ ਕਿਉਂਕਿ ਉਹ ਕਦੀ ਸਾਨੂੰ ਕੁਝ ਵੀ ਨਹੀਂ ਕਹਿੰਦੇ। ਸੋ ਅਸੀਂ ਉਹਨਾਂ ਨੂੰ ਫॉर ਗ੍ਰਾਂਟਡ ਲੈ ਲੈਂਦੇ ਹਾਂ। ਸੋ ਇਸ ਕਰਕੇ ਅੰਤ ਤੱਕ ਇਸ ਕਹਾਣੀ ਨਾਲ ਜੁੜੇ ਰਹੋ। ਮੈਨੂੰ ਪੂਰੀ ਉਮੀਦ ਹੈ ਕਿ ਇਹ ਦੇਖਣ ਤੋਂ ਬਾਅਦ ਤੁਹਾਡਾ ਨਜ਼ਰੀਆ ਜ਼ਰੂਰ ਬਦਲੇਗਾ। ਧੰਨਵਾਦ। ਕਹਾਣੀ ਇੱਕ ਪਿਓ ਤੇ ਪੁੱਤ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਇੱਕ ਦੂਜੇ ਦੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਸੀ। ਪੁੱਤ ਦਾ ਨਾਮ ਲਵਲੀ ਹੈ। ਬਾਪੂ ਜੀ ਨੂੰ ਜਦੋਂ ਵੀ ਕੋਈ ਕੰਮ ਹੋਣਾ ਕਿਤੇ ਜਾਣਾ ਹੋਣਾ ਉਹਨਾਂ ਨੇ ਲਵਲੀ ਨੂੰ ਹੀ ਆਵਾਜ਼ ਮਾਰਨੀ। ਅੱਜ ਕੱਲ੍ਹ ਬਾਪੂ ਜੀ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਸੀ ਤੇ ਉਹਨਾਂ ਨੇ ਲਵਲੀ ਨੂੰ ਹੀ ਕਹਿਣਾ ਕਿ ਮੈਨੂੰ ਇਸ ਡਾਕਟਰ ਦੇ ਦਿਖਾ ਲਿਆ ਜਾਂ ਮੈਨੂੰ ਇੱਥੋਂ ਦਵਾਈ ਲਿਆ ਦੇ। ਇਸ ਤਰ੍ਹਾਂ ਉਹਨਾਂ ਦਾ ਰੋਜ਼ ਦਾ ਰੂਟੀਨ ਲਵਲੀ ਦੇ ਇਰਦ ਗਿਰਦ ਹੀ ਘੁੰਮਦਾ ਰਹਿੰਦਾ। ਦਾ ਦਿਨ ਵੀ ਰੋਜ਼ ਦੇ ਦਿਨਾਂ ਵਰਗਾ ਹੀ ਸੀ। ਅਸੀਂ ਆਪਣਾ ਸਵੇਰ ਦਾ ਪਾਠ ਖਤਮ ਕਰਕੇ ਚਾਹ ਦਾ ਇੰਤਜ਼ਾਰ ਕਰ ਰਹੇ ਸੀ ਤੇ ਬਾਪੂ ਜੀ ਹਰ ਵਾਰ ਦੀ ਤਰ੍ਹਾਂ ਲਵਲੀ ਦੀ ਚਾਹ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਕਿ ਉਸ ਦੀ ਚਾਹ ਖਤਮ ਹੋਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਕਿਤੇ ਨਾ ਕਿਤੇ ਲੈ ਕੇ ਜਾ ਸਕਣ। ਅੱਜ ਬਾਪੂ ਜੀ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ। ਫਿਰ ਉਹਨਾਂ ਨੇ ਲਵਲੀ ਦੀ ਚਾਹ ਖਤਮ ਹੋਣ ਤੋਂ ਬਾਅਦ ਕਿਹਾ ਕਿ ਪੁੱਤ ਅੱਜ ਮੈਨੂੰ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ, ਤੂੰ ਮੈਨੂੰ ਕਿਤੇ ਪਹਿਲਾਂ ਕਿਸੇ ਡਾਕਟਰ ਨੂੰ ਦਿਖਾ ਲਿਆ। ਫਿਰ ਲਵਲੀ ਇੱਕਦਮ ਘਬਰਾਉਂਦੇ ਹੋਏ ਕਹਿੰਦਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਆਪਾਂ ਚਾਹ ਬਾਅਦ ਚੋਂ ਪੀ ਲੈਣੀ ਸੀ, ਪਹਿਲਾਂ ਮੈਂ ਤੁਹਾਨੂੰ ਕਿਸੇ ਡਾਕਟਰ ਨੂੰ ਦਿਖਾ ਲੈਂਦਾ। ਬਾਪੂ ਜੀ ਕਹਿੰਦੇ ਨਹੀਂ ਪੁੱਤ ਇੰਨੀ ਵੱਡੀ ਗੱਲ ਨਹੀਂ ਹੈ, ਬਸ ਥੋੜੀ ਜਿਹੀ ਢਿੱਲੀ ਲੱਗਦੀ ਹੈ ਤੇ ਮੈਂ ਸੋਚਿਆ ਚੱਲ ਇੱਕ ਵਾਰ ਡਾਕਟਰ ਨੂੰ ਦਿਖਾਈ ਆਵਾਂ। ਫਿਰ ਲਵਲੀ ਬਾਪੂ ਜੀ ਨੂੰ ਡਾਕਟਰ ਦੇ ਲੈ ਜਾਂਦਾ। ਡਾਕਟਰ ਦੇ ਜਾ ਕੇ ਡਾਕਟਰ ਉਹਨਾਂ ਨੂੰ ਚੈੱਕ ਕਰਦਾ ਹੈ ਤੇ ਕਹਿੰਦਾ ਬਾਪੂ ਜੀ ਕੋਈ ਇੰਨੀ ਵੱਡੀ ਗੱਲ ਨਹੀਂ ਹੈ, ਇਹ ਮੌਸਮ ਦਾ ਬਦਲਾਵ ਹੈ, ਮੈਂ ਤੁਹਾਨੂੰ 2 ਖੁਰਾਕਾਂ ਲਿਖ ਦੇਣਾ, ਤੁਸੀਂ ਘਰ ਜਾ ਕੇ ਆਰਾਮ ਕਰੋ ਤੇ ਸ਼ਾਮ ਤੱਕ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਫਿਰ ਡਾਕਟਰ ਨੂੰ ਦਿਖਾ ਕੇ ਬਾਪੂ ਜੀ ਲਵਲੀ ਨੂੰ ਕਹਿੰਦੇ ਆ ਚੱਲ ਪੁੱਤ ਹੁਣ ਆਪਾਂ ਥੋੜੀ ਦੇਰ ਲਈ ਦੁਕਾਨ ਤੇ ਚੱਲਦੇ ਹਾਂ। ਫਿਰ ਉਹ ਦੋਨੋਂ ਦੁਕਾਨ ਤੇ ਚਲੇ ਜਾਂਦੇ ਆ। ਥੋੜੀ ਦੇਰ ਉੱਥੇ ਬੈਠ ਕੇ ਫਿਰ ਬਾਪੂ ਜੀ ਲਵਲੀ ਨੂੰ ਕਹਿੰਦੇ ਕਿ ਹੁਣ ਮੈਨੂੰ ਭੁੱਖ ਲੱਗੀ ਹੈ, ਹੁਣ ਚੱਲ ਆਪਾਂ ਘਰ ਚੱਲਦੇ ਹਾਂ ਤੇ ਰੋਟੀ ਖਾਂਦੇ ਹਾਂ। ਫਿਰ ਲਵਲੀ ਤੇ ਬਾਪੂ ਜੀ ਘਰ ਆ ਜਾਂਦੇ ਨੇ ਤੇ ਆ ਕੇ ਨਾਸ਼ਤਾ ਕਰਦੇ ਆ। ਨਾਸ਼ਤਾ ਕਰਨ ਤੋਂ ਬਾਅਦ ਬਾਪੂ ਜੀ ਡਾਕਟਰ ਦੁਆਰਾ ਦਿੱਤੀ ਹੋਈ ਖੁਰਾਕ ਲੈ ਲੈਂਦੇ ਨੇ ਤੇ ਖੁਰਾਕ ਲੈ ਕੇ ਉਹ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ। ਫਿਰ ਥੋੜੀ ਦੇਰ ਬਾਅਦ ਉਹ ਉੱਠਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਤਬੀਅਤ ਪਹਿਲਾਂ ਨਾਲੋਂ ਸਹੀ ਹੈ। ਫਿਰ ਉਹ ਲਵਲੀ ਨੂੰ ਕਹਿੰਦੇ ਕਿ ਪੁੱਤ ਤੂੰ ਇੱਕ ਕੰਮ ਕਰ, ਮੈਨੂੰ ਦੁਕਾਨ ਤੇ ਛੱਡਿਆ, ਮੇਰਾ ਘਰ ਦਿਲ ਨਹੀਂ ਲੱਗਦਾ। ਪਰ ਲਵਲੀ ਉਹਨਾਂ ਨੂੰ ਕਹਿੰਦਾ ਕਿ ਬਾਪੂ ਜੀ ਗਰਮੀ ਬਹੁਤ ਹੈ, ਤੁਹਾਡੀ ਤਬੀਅਤ ਪਹਿਲਾਂ ਹੀ ਠੀਕ ਨਹੀਂ ਹੈ, ਨਾਲੇ ਡਾਕਟਰ ਨੇ ਕਿਹਾ ਇਹ ਮੌਸਮ ਦਾ ਬਦਲਾਵ ਹੈ, ਤੁਹਾਨੂੰ ਅੱਜ ਜਾਣ ਦੀ ਕੋਈ ਲੋੜ ਨਹੀਂ, ਤੁਸੀਂ ਘਰ ਆਰਾਮ ਕਰੋ। ਪਰ ਬਾਪੂ ਜੀ ਕਹਿੰਦੇ ਮੇਰਾ ਘਰ ਦਿਲ ਨਹੀਂ ਲੱਗਦਾ ਤਾਂ ਮੈਨੂੰ ਤੂੰ ਦੁਕਾਨ ਤੇ ਛੱਡਿਆ। ਫਿਰ ਲਵਲੀ ਉਹਨਾਂ ਨੂੰ ਬਿਨਾਂ ਹਾਂ ਨਾ ਕੀਤੇ ਹੋਏ ਉਹਨਾਂ ਨੂੰ ਦੁਕਾਨ ਤੇ ਛੱਡ ਆਂਦਾ ਹੈ। ਉਸ ਦਿਨ ਬਾਪੂ ਜੀ ਆਪਣੀ ਸ਼ਾਮ ਦੀ ਚਾਹ ਵੀ ਲਵਲੀ ਕੋਲੋਂ ਦੁਕਾਨ ਤੇ ਹੀ ਮੰਗਵਾਉਂਦੇ ਆ। ਲਵਲੀ ਉਹਨਾਂ ਲਈ ਚਾਹ ਲੈ ਕੇ ਜਾਂਦਾ ਹੈ। ਫਿਰ ਚਾਹ ਪੀ ਕੇ ਲਵਲੀ ਬਾਪੂ ਜੀ ਨੂੰ ਕਹਿੰਦਾ ਹੈ ਕਿ ਬਾਪੂ ਜੀ ਅੱਜ ਮੇਰਾ ਥੋੜਾ ਯਾਰਾਂ ਦੋਸਤਾਂ ਨਾਲ ਬਾਹਰ ਜਾਣ ਦਾ ਪ੍ਰੋਗਰਾਮ ਹੈ ਤੇ ਇਸ ਕਰਕੇ ਚਲੋ ਮੈਂ ਤੁਹਾਨੂੰ ਘਰ ਛੱਡਦਾ, ਅੱਗੇ ਹੀ ਕੋਵੇਲਾ ਹੋਈ ਜਾਂਦਾ ਹੈ। ਲਵਲੀ ਬਾਪੂ ਜੀ ਨੂੰ ਬਾਹਰ ਛੱਡ ਕੇ ਆਪਣੇ ਯਾਰਾਂ ਦੋਸਤਾਂ ਨਾਲ ਚਲਾ ਜਾਂਦਾ ਹੈ। ਲਵਲੀ ਨੂੰ ਆਪਣੇ ਦੋਸਤਾਂ ਨਾਲ ਗਿਆ ਕੁਝ ਦੇਰੀ ਹੋ ਜਾਂਦੀ ਹੈ ਤੇ ਜਦੋਂ ਉਹ ਘਰ ਆਉਂਦਾ ਉਹ ਦੇਖਦਾ ਹੈ ਕਿ ਬਾਪੂ ਜੀ ਫਿਕਰ ਅਤੇ ਗੁੱਸੇ ਵਿੱਚ ਉਸ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਬਾਪੂ ਜੀ ਦੇ ਸਾਹਮਣੇ ਆਉਂਦਾ ਤਾਂ ਦੇਖਦਾ ਕਿ ਬਾਪੂ ਜੀ ਗੁੱਸੇ 'ਚ ਬੈਠੇ ਆ ਤੇ ਉਹਨਾਂ ਦੇ ਸਵਾਲਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ ਕਿ ਤੂੰ ਕਿੱਥੇ ਗਿਆ ਸੀ, ਕਿਉਂ ਗਿਆ ਸੀ, ਇੰਨਾ ਸਮਾਂ ਕਿੱਥੇ ਲਾਇਆ, ਤੈਨੂੰ ਪਤਾ ਨਹੀਂ ਸੀ ਕਿ ਮੇਰੀ ਤਬੀਅਤ ਠੀਕ ਨਹੀਂ ਸੀ, ਟਾਈਮ ਸਿਰ ਘਰ ਜਾਣਾ ਹੈ। ਤੇ ਉਸ ਦਿਨ ਮਾੜੀ ਕਿਸਮਤ ਲਵਲੀ ਦੀ ਵੀ ਬਾਹਰ ਕਿਸੇ ਨਾਲ ਬਹਿਸ ਹੋਈ ਹੁੰਦੀ ਹੈ ਤੇ ਇਸ ਕਰਕੇ ਉਹ ਗੁੱਸੇ ਵਿੱਚ ਹੀ ਬਾਪੂ ਜੀ ਨੂੰ ਅੱਗੋਂ ਜਵਾਬ ਦੇ ਦਿੰਦਾ ਹੈ। ਗੁੱਸੇ ਵਿੱਚ ਬਾਪੂ ਜੀ ਨੂੰ ਬੋਲ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਅਤੇ ਜਾ ਕੇ ਸੋ ਜਾਂਦਾ ਹੈ। ਫਿਰ ਜਦੋਂ ਲਵਲੀ ਦਾ ਥੋੜੀ ਦੇਰ ਬਾਅਦ ਗੁੱਸਾ ਸ਼ਾਂਤ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਮੈਂ ਬਾਪੂ ਜੀ ਨੂੰ ਗਲਤ ਬੋਲਿਆ ਹਾਂ ਤੇ ਮੈਨੂੰ ਉਹਨਾਂ ਕੋਲੋਂ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ। ਸੋਚਦੇ ਆ ਲਵਲੀ ਬਾਪੂ ਜੀ ਦੇ ਕਮਰੇ ਵੱਲ ਜਾਂਦਾ ਹੈ ਪਰ ਉਹ ਜਾ ਕੇ ਦੇਖਦਾ ਹੈ ਕਿ ਬਾਪੂ ਜੀ ਸੋ ਚੁੱਕੇ ਨੇ। ਫਿਰ ਉਹ ਸੋਚਦਾ ਕਿ ਹੁਣ ਮੈਨੂੰ ਬਾਪੂ ਜੀ ਨੂੰ ਨਹੀਂ ਉਠਾਉਣਾ ਚਾਹੀਦਾ, ਉਹਨਾਂ ਨੂੰ ਸੌਣ ਦੇਣਾ ਚਾਹੀਦਾ ਹੈ। ਤੇ ਨਾਲੇ ਉਸਨੂੰ ਯਾਦ ਆ ਜਾਂਦਾ ਹੈ ਕਿ ਜਦੋਂ ਵੀ ਅੱਗੇ ਕਦੀ ਵੀ ਮੇਰੀ ਬਹਿਸ ਹੋਈ ਹੈ ਬਾਪੂ ਜੀ ਨਾਲ ਤੇ ਬਾਪੂ ਜੀ ਸਵੇਰੇ ਸਾਨੂੰ ਖੁਸ਼ੀ ਨਾਲ ਖਿੜੇ ਮੱਥੇ ਹੀ ਮਿਲਦੇ ਨੇ ਤੇ ਮੈਂ ਉਹਨਾਂ ਨਾਲ ਸਵੇਰੇ ਆਪਣੀ ਗੱਲ ਕਰ ਲਵਾਂਗਾ।
ਫਿਰ ਲਵਲੀ ਇਸੀ ਬੇਫਿਕਰੀ 'ਚ ਆਪਣੇ ਕਮਰੇ ਵਿੱਚ ਆ ਕੇ ਆਰਾਮ ਨਾਲ ਸੋ ਜਾਂਦਾ ਹੈ ਅਤੇ ਸੋਚਦਾ ਹੈ ਕਿ ਮੈਂ ਸਵੇਰੇ ਬਾਪੂ ਜੀ ਕੋਲੋਂ ਮਾਫੀ ਮੰਗ ਲਾਂਗਾ ਅਤੇ ਸਭ ਸਹੀ ਕਰ ਲਵਾਂਗਾ। ਅਗਲੀ ਸਵੇਰ ਮਾਤਾ ਜੀ ਲਵਲੀ ਦਾ ਦਰਵਾਜ਼ਾ ਬਹੁਤ ਜ਼ੋਰ-ਜ਼ੋਰ ਦੇ ਖੜਕਾਉਂਦੇ ਨੇ ਤੇ ਲਵਲੀ ਡਰ ਜਾਂਦਾ ਹੈ, ਜਿਵੇਂ ਉਸਨੇ ਕੋਈ ਡਰਾਵਨਾ ਸੁਪਨਾ ਵੇਖਿਆ ਹੋਵੇ। ਉਹ ਇੱਕਦਮ ਉੱਠ ਖੜਦਾ ਹੈ ਅਤੇ ਦਰਵਾਜ਼ਾ ਖੋਲ੍ਹ ਕੇ ਬਾਪੂ ਜੀ ਦੇ ਕਮਰੇ ਵੱਲ ਭੱਜਿਆ ਜਾਂਦਾ ਹੈ। ਪਰ ਅਗਲੇ ਹੀ ਪਲ ਜੋ ਲਵਲੀ ਨੇ ਦੇਖਿਆ, ਉਹਨੇ ਆਪਣੇ ਕਦੀ ਡਰਾਵਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਉਸਨੂੰ ਇੰਜ ਜਾਪਣ ਲੱਗਾ ਜਿਵੇਂ ਉਸਦੀ ਦੁਨੀਆ ਹੀ ਖਤਮ ਹੋ ਗਈ ਹੋਵੇ। ਉਹ ਇੱਕਦਮ ਸੁੰਨ ਹੋ ਗਿਆ। ਉਸਦੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਨਿਕਲ ਗਈ ਸੀ। ਸਵੇਰੇ ਸਵੇਰੇ ਸਭ ਨੂੰ ਉਠਾਉਣ ਵਾਲੇ ਲਵਲੀ ਦੇ ਬਾਪੂ ਜੀ ਅੱਜ ਵੀ ਸਭ ਨੂੰ ਸਵੇਰੇ ਸਵੇਰੇ ਉਠਾ ਗਏ, ਪਰ ਇਸ ਤਰ੍ਹਾਂ ਉਠਾਉਣਗੇ ਇਹ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਸੀ। ਘਰ ਵਿੱਚ ਸਭ ਤੋਂ ਜ਼ਿਆਦਾ ਰੌਲਾ ਪਾਉਣ ਵਾਲੇ, ਖੂਬ ਰੌਣਕ ਲਾਉਣ ਵਾਲੇ, ਸਭ ਦੀ ਫਿਕਰ ਕਰਨ ਵਾਲੇ, ਸਭ ਨੂੰ ਫੋਨ ਕਰਕੇ ਆਪਣੇ ਦਿਲ ਦਾ ਹਾਲ ਸੁਣਾਉਣ ਵਾਲੇ ਅੱਜ ਕਿਸੇ ਨੂੰ ਬਿਨਾਂ ਕੁਝ ਦੱਸਿਆ ਪੁੱਛਿਆ ਹੀ ਹਮੇਸ਼ਾ ਲਈ ਚੈਨ ਦੀ ਨੀਂਦ ਸੌਂ ਚੁੱਕੇ ਸੀ। ਭਾਵੇਂ ਇਸ ਗੱਲ ਨੂੰ ਅੱਜ 5 ਮਹੀਨੇ ਹੋ ਗਏ ਹੋਣ, ਪਰ ਅੱਜ ਵੀ ਜਦੋਂ ਸਵੇਰੇ ਲਵਲੀ ਚਾਹ ਪੀਣ ਲਈ ਬਹਿੰਦਾ ਹੈ ਤੇ ਉਸਨੂੰ ਇੰਜ ਹੀ ਜਾਪਦਾ ਹੈ ਕਿ ਜਿਵੇਂ ਉਸਦੇ ਬਾਪੂ ਜੀ ਉਸਦੇ ਸਾਹਮਣੇ ਬੈਠੇ ਹੋਣ ਤੇ ਉਸਦੀ ਚਾਹ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹੋਣ ਤੇ ਕਹਿ ਰਹੇ ਹੋਣ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ, ਤੂੰ ਮੈਨੂੰ ਕਿਸੇ ਡਾਕਟਰ ਕੋਲ ਦਿਖਾ ਲਿਆ। ਇਸੇ ਕਰਕੇ ਲਵਲੀ ਅੱਜ ਵੀ ਬਾਪੂ ਜੀ ਦੇ ਡਾਕਟਰ ਦੇ ਬਾਹਰ ਖੜੇ ਹੋ ਕੇ ਕਿੰਨੀ ਦੇਰ ਉਹਨਾਂ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਕਿ ਖੌਰੇ ਕਿਤੇ ਉਹ ਵਾਪਿਸ ਹੀ ਆ ਜਾਣ। ਭਾਵੇਂ ਅੱਜ ਦੁਕਾਨ ਤੇ ਲਵਲੀ ਦਾ ਕੁਝ ਵੀ ਨਹੀਂ, ਪਰ ਫਿਰ ਵੀ ਉਸਦੀ ਗੱਡੀ ਅੱਜ ਵੀ ਉਸਦੀ ਦੁਕਾਨ ਦੇ ਵੱਲ ਆਪੇ ਹੀ ਮੁੜ ਜਾਂਦੀ ਹੈ ਤੇ ਇੰਜ ਲੱਗਦਾ ਹੈ ਕਿ ਬਾਪੂ ਜੀ ਉੱਥੇ ਬੈਠੇ ਹੋਣ ਅਤੇ ਉਸਦਾ ਇੰਤਜ਼ਾਰ ਕਰ ਰਹੇ ਹੋਣ ਅਤੇ ਕਹਿ ਰਹੇ ਹੋਣ ਕਿ ਲਵਲੀ ਹੁਣ ਮੈਨੂੰ ਘਰ ਲੈ ਜਾ, ਮੈਨੂੰ ਭੁੱਖ ਲੱਗੀ ਹੈ। ਅੱਜ ਵੀ ਜਦੋਂ ਯਾਰਾਂ ਦੋਸਤਾਂ ਨਾਲ ਗਏ ਲਵਲੀ ਨੂੰ ਦੇਰੀ ਹੋ ਜਾਂਦੀ ਹੈ ਤੇ ਉਸਨੂੰ ਇੰਜ ਹੀ ਲੱਗਦਾ ਹੈ ਕਿ ਬਾਪੂ ਜੀ ਘਰ ਵਿੱਚ ਫਿਕਰ ਤੇ ਗੁੱਸੇ ਵਿੱਚ ਬੈਠੇ ਉਸਦਾ ਇੰਤਜ਼ਾਰ ਕਰ ਰਹੇ ਹੋਣਗੇ। ਪਰ ਘਰ ਆਉਂਦੇ ਏਦਾਂ ਦਾ ਕੁਝ ਨਹੀਂ ਮਿਲਦਾ, ਬਸ ਮਿਲਦੀ ਹੈ ਤਾਂ ਸਿਰਫ ਦੀਵਾਰ ਤੇ ਟੰਗੀ ਹੋਈ ਲਵਲੀ ਦੇ ਬਾਪੂ ਜੀ ਦੀ ਮੁਸਕਰਾਉਂਦੀ ਹੋਈ ਤਸਵੀਰ, ਜਿਸ ਵਿੱਚੋਂ ਉਹ ਲਵਲੀ ਨੂੰ ਦੇਖ ਰਹੇ ਹੋਣ ਅਤੇ ਖੁਸ਼ ਹੋ ਰਹੇ ਹੋਣ। ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਮਾਂ-ਬਾਪ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਮਾਂ-ਬਾਪ ਇੱਕ ਛੱਤ ਵਾਂਗੂ ਹੁੰਦੇ ਹਨ ਜੋ ਸਾਨੂੰ ਹਰ ਮੁਸ਼ਕਿਲ ਤੋਂ ਮਹਿਫੂਜ਼ ਰੱਖਦੇ ਹਨ ਤੇ ਇਸ ਦੀ ਕਦਰ ਸਾਨੂੰ ਉਦੋਂ ਹੀ ਹੁੰਦੀ ਹੈ ਜਦੋਂ ਇਹ ਛੱਤ ਡਿੱਗਦੀ ਹੈ। ਸੋ ਸਾਨੂੰ ਉਹਨਾਂ ਨੂੰ ਕਦੀ ਵੀ ਫੋਰ ਗ੍ਰਾਂਟਡ ਨਹੀਂ ਲੈਣਾ ਚਾਹੀਦਾ ਤੇ ਜੇਕਰ ਕਦੀ ਸਾਡੇ ਮਾਂ-ਬਾਪ ਨਾਲ ਸਾਡੀ ਕੋਈ ਨਾਰਾਜ਼ਗੀ ਹੋ ਵੀ ਜਾਂਦੀ ਹੈ ਤੇ ਸਾਨੂੰ ਉਸਨੇ ਕੱਲ ਤੇ ਨਹੀਂ ਪਾਣਾ ਚਾਹੀਦਾ, ਕਿਉਂਕਿ ਕੀ ਪਤਾ ਅਗਲਾ ਪਲ ਆਪਣੀ ਝੋਲੀ ਵਿੱਚ ਕੀ ਲੈ ਕੇ ਆਏ। ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇ ਅੱਜ ਸਾਡੇ ਕੋਲ ਸਾਡੇ ਮਾਂ-ਬਾਪ ਹੈ ਤੇ ਸਾਨੂੰ ਉਹਨਾਂ ਦੀ ਫਿਕਰ ਕਰਨੀ ਚਾਹੀਦੀ ਹੈ, ਕਦਰ ਕਰਨੀ ਚਾਹੀਦੀ ਹੈ, ਉਹਨਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਜੇ ਉਹਨਾਂ ਦੀ ਅਹਿਮੀਅਤ ਸਾਨੂੰ ਨਹੀਂ ਸਮਝ ਆਉਂਦੀ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਜਿਨ੍ਹਾਂ ਦੇ ਮਾਪਿਓ ਅੱਜ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਹਨ। ਧੰਨਵਾਦ।